अच्छा चाचू जी, अगर कोई जानवर मिट्टी खान का आदी बन जाए तो फिर ਉਹਨੂੰ ਕਮਸ਼ਨ ਦੀ ਕਮੀ ਹੁੰਦੀ। अच्छा ਤੁਹਾਡੇ ਤਜਰਬੇ ਚ ਆਈ ਇਹ ਗੱਲ ਕੋਈ? ਹਾਂਜੀ, ਹੂੰ ਉਹਨੂੰ ਫਿਰ ਛਿੱਡੀ ਦਈਏ ਜੇ ਮਰਲਾ ਮਰਲਾ ਮਿੱਟੀ ਖਾ ਜਾਂਦੀ ਹੈ। ਤੇ 8 ਦਿਨ ਤੇ ਡਾਕਟਰ ਸਾਹਿਬ ਜਦੋਂ ਲਿਆਂਦੇ ਗੁਜਰਾਂ ਨੇ ਉਦੋਂ ਉਹਨਾਂ ਮੈਨੂੰ 50,000 ਦੀ ਦਵਾ ਲਿਖ ਦਿੱਤੀ। ਹੂੰ ਮੇਰੇ ਕੋਲ ਸਿਰਫ 5,000 ਰੁਪਈਆ ਸੀ। ਮੈਂ ਕਿਹਾ ਯਾਰ ਅੱਲਾ ਇਹ ਤੂੰ ਗਾਂ ਮਰ ਜਾ। ਹੂੰ ਉਹ ਫਿਰ ਮੈਂ ਪਿੰਡੋਂ ਰਿਹਾ ਕਿਸੇ ਬੰਦਾ ਕੋਈ ਮਿਲਿਆ ਹੋ ਸਕਿਆ ਇੱਥੇ ਜੱਤੀ ਬਿਮਾਰਾ ਮੋਚੀਆ ਹਕੀਮ ਹੈ ਡੰਗਰਾਂ ਦਾ, ਹੂੰ ਉਹਦੇ ਕੋਲ ਲਗਾ ਜਾ। ਉਹਨੂੰ ਮੈਂ ਰੁਪਈਆ 500 ਦਿੱਤਾ। ਉਹ ਮੈਨੂੰ ਛਿੱਡੀ ਦੇਸੀ ਮੈਂ ਦਿੱਤੀ, ਨਾਲ ਉਹ ਮਸਾਲਾ ਗ੍ਰਾਈਂਡ ਕਰਕੇ ਮੈਨੂੰ ਬਤਾਲਿਓਂ ਦਵਾਇਆ। ਹੂੰ ਤੇ ਉਹ ਬਿਲਕੁਲ ਅੱਲਾ ਦਾ ਫਜ਼ਲ ਨਾਲ 6ਵੇਂ-7ਵੇਂ ਦਿਨ ਨੂੰ ਗਾਂ ਉੱਠ ਕੇ ਖਲੋ ਗਈ। ਫਿਰ ਆਸਤਾ ਦਾ ਦੁੱਧ ਪੂਰਾ ਕਵਰ ਕਰ ਗਈ। ਤੇ ਤੁਹਾਨੂੰ ਕਿੰਜ ਪਤਾ ਲੱਗਾ ਕਿ ਮਿੱਟੀ ਖਾਂਦੀ ਹੈ? ਮਿੱਟੀ ਵੱਡੇ ਨੂੰ ਖਾਧੀ ਹੁੰਦੀ ਸੀ, ਜਿੱਥੇ ਬੱਦੀ ਹੁੰਦੀ ਪੱਟ ਲੈਂਦੀ ਸੀ। ਅੱਛਾ, ਮੂੰਹ ਵਾਲੀ ਪੱਟੀ ਆਉਂਦੀ ਖਾਈ ਆਉਂਦੀ। ਤੇ ਕਿੰਨੀ ਕੁ ਮਿੱਟੀ ਖਾ ਛੱਡਦੀ? ਮਰਲਾ ਥਾਂ ਦਾ ਖਾ ਛੱਡਦੀ, ਕੋਈ ਕਈ ਦੱਬੜੇ ਖਾ ਛੱਡਦੀ। ਤੁਹਾਡਾ ਭਲਾ ਜੀ। ਤੇ ਫਿਰ ਦੁੱਧ? ਦੁੱਧ ਕੋਈ ਨਾ, ਹੂੰ ਦੁੱਧ ਡਿੱਗ ਪਈ ਨਾ ਹਾਂ ਤੇ ਪਈ ਰਹਿਣੇ ਉੱਤੇ ਛਾਂ ਬਣਾ ਦਿੱਤੀ, ਹਾਂ ਮੰਜੀ ਲਾ ਕੇ ਛੋਟਾ ਵੀ ਯਾਰ ਹੁਣ ਇਹ ਅੰਦਰ ਬੰਨੇ ਵੀ ਨਹੀਂ ਹੁੰਦੀ, ਤੇਰਾ ਕੀ ਕਰੀਏ। ਤੋ ਅੱਲਾ ਕੀਤਾ ਤੇ ਉਹ ਸ਼ਫਾ ਹੋ ਗਈ ਸਾਨੂੰ। ਸਹੀ ਹੋ ਗਿਆ। ਤੇ ਉਹ ਹਕੀਮ ਦੀ ਦਵਾਈ ਨਾਲ ਠੀਕ ਹੋ ਗਿਆ ਕੰਮ? ਹਾਂਜੀ। ਤੇ ਉਂਝ ਅਗਰ ਕੋਈ ਜਾਨਵਰ ਕੋਈ ਕਿਲ ਛਿਲ ਜਾਂ ਲੱਕੜੀ ਲਗਾਈ ਹੈ ਜਾਂ ਛਾਪਰ ਲਗਾਈ ਹੈ ਤੇ ਉਹਦੀਆਂ ਨਾੜਾਂ ਵਿੱਚੋਂ ਬੰਦ ਹੋ ਜਾਂਦੀਆਂ। ਹੂੰ ਸ਼ੈਪਰ ਜਿਹੜਾ ਹੈ ਨਾ, ਸ਼ੈਪਰ ਦੀ ਬੜੀ ਤਿਆਤ ਕਰਨੀ ਚਾਹੀਦੀ। ਮੈਂ ਉਹਨਾਂ ਠੀ ਭਾਰੀ ਦੋਲੇ ਸਿਰਫ ਸ਼ੈਪਰ ਲੈਣਾ, ਛੱਡ ਨਾ ਬੰਨੇ। ਹੂੰ ਮੁਲਾਜ਼ਮ ਜਿਹੜੇ ਨੇ ਉਹਦੇ ਬੱਚੇ ਤੇ ਲਿਆਉਂਦੇ ਨੇ ਸ਼ੈਪਰ ਮਿੰਟ ਹੂੰ ਇਹ ਦੇਖਭਾਲ ਕਰਨੀ ਪੈਂਦੀ। ਸਹੀ ਹੋ ਗਿਆ। ਤੇ ਉਂਝ ਲੱਕੜੀ ਖਾਈਏ ਜਾਂ ਫਿਰ ਕੋਈ ਉਹ ਜਿਹਾ ਕੋਈ ਰੋੜਾ ਛੋੜਾ ਮੂੰਹ 'ਚ ਲਗਾਈਏ ਛੋਟਾ ਮੋਟਾ ਕੋਈ ਬਜਰੀ ਦਾ, ਹਾਂ ਤੇ ਉਹਦਾ ਤਾਂ ਨਹੀਂ ਨੁਕਸਾਨ ਜਾਂ ਕਿਲ ਛਿਲ? ਨਹੀਂ, ਕਿੱਲ ਤੇ ਫਿਰ ਜ਼ਖਮ ਬਣਾਉਂਦਾ ਹੈ ਹੂੰ। ਨਾ, ਧੋਇਆ ਜਾਂਦਾ ਆ ਅੱਛਾ, ਅੱਜ ਦੇ ਸਮੇਂ। ਤੇ ਉਹਦਾ ਫਿਰ ਹੱਲ ਕੀ ਹੈ? ਉਹਦਾ ਹੱਲ ਇਹ ਹੈ ਕਿ ਉਹਨੂੰ ਕੋਈ ਖੁਰਾਕ ਇਸ ਤਰ੍ਹਾਂ ਦੀ ਦਿੱਤੀ ਜਾਏ ਕਿ ਜਿਹਦੇ ਨਾਲ ਉਹਦਾ ਅੰਦਰ ਸਾਫ਼ ਹੋਵੇ, ਗੋਹੇ ਦੇ ਨਾਲ ਨਿਕਲ ਜਾਏ, ਕਿਤੇ ਪਤਲਾ ਗੋਹਾ ਕਰੇ ਤੇ ਜਾਂ ਅੰਦਰ ਹੀ ਗਲ ਜੇ? ਜਾਂ ਅੰਦਰ ਹੀ ਗਲ ਜਾਏ। ਲੋਹਾ ਤੇ ਗਲ ਨਹੀਂ ਸਕਦਾ ਹੂੰ ਤੇ ਸ਼ੈਪਰ ਵੀ ਨਹੀਂ ਗਲ ਸਕਦਾ। ਕਈ ਹਾਦਸੇ ਇਹਨਾਂ ਦੇ ਵੇਖੇ ਨੇ। ਜਿਹੜਾ ਦੱਸ ਦਿਓ ਪਏ ਕਿ ਸਾਉਣ ਭਾਦਰ ਵਿੱਚ ਦੇਣਾ ਹੈ ਜਾਂ ਸਰਦੀਆਂ ਵਿੱਚ ਨੁਸਖਾ ਦੇਣਾ, ਉਹ ਕਿਹੜਾ ਸੀ? ਉਹ ਮਿੱਠਾ ਤੇਲ ਗੁੜ ਦਾ ਬਣਾ ਕੇ ਪੱਤ, ਅੱਛਾ ਜਿੱਥੇ ਗੁੜ ਲਾਣਾ ਉਹਦੇ ਵਿੱਚ 4-5 ਸਿਰ ਪਾਣੀ ਹੋਵੇ, 5 ਸਿਰ ਗੁੜ ਹੋਵੇ ਜੀ। ਉਹ ਤੇ ਧਰ ਦੇਣਾ। ਜਿੱਥੇ ਜਾ ਕੇ ਪਟਾਕੀ ਲੈ ਜਾਏ ਹੂੰ ਉਹ ਹਲੇ ਉਹਨੂੰ ਥੱਲੇ ਧਰ ਕੇ ਬਈ 5 ਸਿਰ ਤੇਲ ਪਾ ਦੇਣਾ ਮਿੱਠਾ ਹੂੰ ਤਿਲਾਂ ਦਾ। ਅੱਛਾ ਉਹ ਫਿਰ ਇਹਨਾਂ ਕੱਲੇ ਡੰਗਰ ਨੂੰ ਸ਼ਾਮ ਵੇਲੇ ਇੱਕ 2-2 ਨਾਲਾਂ ਦੇ ਦੇਣਾ ਫੀ ਡੰਗਰ ਨੂੰ। ਹੂੰ ਉਹ 10 ਦਿਨ ਵਾਸਤੇ ਦਿੱਤਾ ਜਾਏ। 10 ਦਿਨ ਜਿਹੜੇ ਪੋਹ ਦੇ ਹੁੰਦੇ ਨੇ ਅੱਛਾ ਉਹਨਾਂ ਦੇ ਵਿੱਚ ਇਹਦੀ ਪੀੜ, ਰੋਗ, ਪਸਲੀਆਂ, ਕੁਛ ਡਾਂਗ ਵੱਜੀ, ਹੂੰ ਕੋਈ ਮੁਲਾਜ਼ਮ ਮਾਰਦਾ, ਕੋਈ ਦਿਹਾਤੀ ਕਰਦਾ ਹੈ, ਅੱਛਾ ਉਹਦੇ ਨਾਲ ਉਹ ਫਿਰ ਸਹੀ ਹੋ ਜਾਂਦਾ। ਤਾਕਤ ਉਹਦੇ ਵਿੱਚ ਨਹੀਂ ਹੁੰਦੀ, ਤੇਲ ਮਿੱਠੇ। ਠੀਕ ਹੈ। ਤੇ ਅੱਜ ਕੱਲ ਗਰਮੀਆਂ 'ਚ ਅਗਰ ਜਾਨਵਰ ਨੂੰ ਤਾ ਲੱਗ ਜਾਏ ਤੇ? ਉਹਨੂੰ ਤਾ ਲੱਗ ਜਾਏ ਤੇ ਉਹਨੂੰ ਗੰਢਾ, ਗੁੜ, ਮਿਰਚ ਹਰੀ ਹੂੰ ਉਹਨੂੰ ਉਹ ਵੀ ਦਿਓ, ਉਹਦੇ ਨਾਲ ਵੀ ਸਹੀ ਹੋ ਜਾਏ। ਤੇ ਨਾ ਹੋਵੇ ਤੇ ਫਿਰ ਉਹਨੂੰ ਗਾਂ ਦਾ ਦੁੱਧ ਦਿਓ ਵਿੱਚ ਘਿਓ ਪਾ ਕੇ ਡਾਲਟਾ, ਉਹਦੇ ਨਾਲ ਵੀ ਸਹੀ ਹੋ ਜਾਏ ਇਨਸ਼ਾਅੱਲਾ। ਠੀਕ ਹੋ ਗਿਆ। ਤੇ ਚਾਚੂ ਜੀ ਇਹ ਦੱਸੋ ਕਿ ਥਣ ਦਾ ਬੜਾ ਮਸਲਾ ਬਣ ਜਾਂਦਾ ਹੈ। ਥਣ ਬਾਜ਼ ਕਾ ਜਾਨਵਰ ਦਾ ਖੁਸ਼ਕ ਹੋ ਜਾਂਦਾ ਹੈ, ਉਹਦੇ ਤੋਂ ਖੁਸ਼ਕੀ ਆਈ ਜਾਂਦੀ ਹੈ ਜਾਂ ਉਹ ਦਾਣੇ ਬਣ ਜਾਂਦੇ ਨੇ। ਉਹ ਮੂੰਹ ਸੜੀ ਹੁੰਦੀ। ਇੱਕ ਤਾਂ ਮੂੰਹ ਸਾਡੀ ਅਲੱਗ ਹੈ ਨਾ, ਇੱਕ ਉਂਝ ਖੁਸ਼ਕੀ ਪੂਰੇ ਥਣ ਤੇ ਖੁਸ਼ਕੀ ਆਈ ਜਾਂਦੀ ਹੈ। ਤਾਂ ਖੁਸ਼ਕੀ ਕਿਉਂ ਆਉਂਦੀ ਹੈ ਥਣ ਤੇ? ਖੁਸ਼ਕੀ ਉਹ ਇਸ ਵਜ੍ਹਾ ਤੋਂ ਆਉਂਦੀ ਕਿ ਉਹਦੇ ਅੰਦਰ ਠੰਡਾਈ ਕੋਈ ਨਹੀਂ ਰਹਿ ਜਾਂਦੀ। ਜੀ ਬਿਲਕੁਲ। ਉਹਦੇ ਅੰਦਰ ਠੰਡਾ ਮੁੱਕ ਜਾਂਦਾ ਹੈ। ਠੀਕ ਹੈ। ਤੇਲ ਘਿਓ ਕਿਉਂ ਦਿੰਦੇ ਆ? ਇਸੇ ਵਾਸਤੇ? ਉਹ ਇਸ ਵਾਸਤੇ ਦਿੰਦੇ ਆ ਕਿ ਜਿਹੜਾ ਅੰਦਰੋਂ ਠੰਡਾ ਹੋ ਜਾਏ, ਅੰਦਰ ਠੰਡਾ ਹੋ ਜਾਏ। ਠੀਕ ਹੈ। ਅੱਜ ਦੇ ਸਮੇਂ ਜਿਹੜੇ ਜਾਨਵਰ ਦੇ ਦੁੱਧ ਦੇ ਉੱਤੇ ਝੱਗ ਨਹੀਂ ਆਉਂਦੀ, ਉਹਦੀ ਕੀ ਵਜ੍ਹਾ ਹੁੰਦੀ ਹੈ? ਉਹਨੂੰ ਮਿਰਚਾਂ ਦਾ ਤੇਲ ਦਿਓ, ਇਨਸ਼ਾਅੱਲਾ ਵੱਡੇ ਨੂੰ 8-12 ਤੋਂ ਅੰਦਰ ਝੱਗ ਝਾੜ ਦੇਦਾ। ਝੱਗ ਜਿਹੜੀ ਹੈ ਜਿੰਨੀ ਜ਼ਿਆਦਾ ਹੈ ਉਨੀ ਚੰਗੀ ਹੈ? ਉਨੀ ਤੰਦਰੁਸਤੀ। ਠੀਕ ਹੋ ਗਿਆ। ਤੇ ਜਿਹੜੀ ਮੂੰਹ ਸੜੀ ਹੁੰਦੀ ਹੈ, ਥਣ ਦਾ ਮੂੰਹ ਖਰਾਬ ਹੋ ਜਾਂਦਾ? ਹਾਂਜੀ, ਉਹਦੇ ਵਿੱਚ ਕਈ ਲੋਕ ਖੰਭ ਫਰਵਾਉਂਦੇ ਨੇ, ਕਈ ਆਪਰੇਸ਼ਨ ਕਰਾਉਂਦੇ ਨੇ, ਉਹ ਥਣ ਜ਼ਾਇਆ ਹੋ ਜਾਂਦਾ। ਖੰਭ ਕਿਹਦਾ? ਖੰਭ ਕਿਸੇ ਜਾਨਵਰ ਦਾ ਜਦੋਂ ਅੱਗੋਂ ਚੁੰਝ ਨਹੀਂ ਹੁੰਦੀ, ਹਾਂਜੀ। ਉਹ ਵਿੱਚ ਲਵਾਉਂਦੇ ਨੇ ਜਾਂ ਡਾਕਟਰ ਕੋਲੋਂ ਸਲਾਈ ਭਰਾਉਂਦੇ ਨੇ। ਹੂੰ। ਤੇ ਬਾਜ਼ ਕਦ ਉਹਦੇ ਵਿੱਚ ਨਾ ਗਿਲਟੀ ਜੀ ਬਣ ਜਾਂਦੀ ਹੈ, ਥਣ ਸਖਤ ਹੋ ਜਾਂਦਾ। ਉਹਨੇ ਉਹ ਫਿਰ ਨਾੜ ਬਣ ਜਾਂਦੀ। ਬਸ ਜਦੋਂ ਨਾੜ ਤੇ ਬਣਨਾ ਉਦੋਂ ਸ਼ੁਰੂ ਹੁੰਦੀ ਨੇ, ਉਦੋਂ ਥਣ ਬਿਲਕੁਲ ਬਰੀਕ ਧਾਰ ਹੋ ਜਾਂਦੀ ਹੈ। ਮੈਂ ਹੁਣ 12 ਮੱਝੀ ਲਾਹੌਰ ਤੋਂ ਲਈਆਂ ਸਨ। ਅੱਛਾ। ਬੰਦਾ ਕਵੇਤ ਹੁੰਦਾ ਸੀ, ਹੂੰ ਉਸ ਲੈਂਦੀਆਂ 26 ਲੱਖ ਜੇ। ਹੂੰ ਮੈਂ ਲਈਆਂ 14 ਲੱਖ ਹੀ ਖੰਗੜੀਆਂ ਹੋ ਗਈਆਂ। ਹੂੰ ਤੇ ਉਹ ਜਿਹੜੇ ਲੈ ਕੇ ਆਏ ਮੇਰੇ ਕੋਲ 1 ਸਾਲ ਉਹਨਾਂ ਦੁੱਧ ਖੰਗੜੀਆਂ ਮੱਝੀ ਨੇ ਚੰਗਾ ਦਿੱਤਾ, ਅੱਗੋਂ ਸੂਣ ਵਾਲੀਆਂ ਸਨ। ਹੂੰ ਅਗਲਾ ਸੂਆ ਸੂਈਆਂ ਨੇ, ਉਹ ਸਾਰੀਆਂ ਥਣ ਲੈ ਗਈਆਂ। ਮੈਂ ਫਿਰ ਕੋਸੀ ਦੇ ਪਾ ਦੇ ਦਿੱਤੀਆਂ ਨੇ। ਸਾਰੇ ਥਣ ਖਰਾਬ? ਸਾਣੀ ਚਵੇ 12 ਦਾ 12 ਹੀ। ਅੱਛਾ। ਬੜੀ ਬਾਜੀ ਰਿਹਾ।
ਤੁਹਾਡਾ ਭਲਾ ਹੀ ਹੈ। ਤੇ ਉਹ ਫਿਰ ਕੀ ਉਦੋਂ ਤੁਹਾਂ ਸਿੱਖਿਆ ਕਿ ਜਦੋਂ ਮੱਝ ਲੈਣ ਜਾਈਏ ਤਾਂ ਉਦੋਂ ਫਿਰ ਕਿਸ ਤਰ੍ਹਾਂ ਨੂੰ ਚੈੱਕ ਕਰੀਏ ਤਾਂ ਕਿ ਧੋਖਾ ਨਾ ਹੋਏ? ਨਹੀਂ, ਪਿੱਛੋਂ ਬਿਲਕੁਲ ਚੈੱਕ ਕਰਕੇ ਸਹੀ ਲਿਆਂਦੇ ਨੇ, ਉੱਤੋਂ ਨਸੀਬ ਵਿੱਚ ਜਾਂ ਮੁਕੱਦਰ ਅੱਛਾ, ਬਾਜ਼ ਦਾ ਐਸਾ ਵੀ ਮਾਮਲਾ ਹੀ ਆਉਂਦਾ। ਮਾਮਲਾ ਉਂਝ ਉਹਦੀ ਫਿਰ ਵਜ੍ਹਾ ਨਹੀਂ ਤੁਹਾਂ ਤਲਾਸ਼ ਕੀਤੀ ਕਿ ਥਣ ਕਿਉਂ ਖਰਾਬ ਹੋਏ? ਦਮਸ਼ਮ ਵੀ ਕਰਾ ਕੇ ਬੱਦਾ, ਫਿਰ ਇਹ ਸੋਚਿਆ ਕਿ ਨੇੜਾ ਥਾਂ ਜੀ ਸੀ ਆਉਂਦੇ ਨਾ ਵੇਖਣ, ਹੂੰ ਤੋ ਇਸ ਵਜ੍ਹਾ ਤੋਂ ਕੋਈ ਨਜ਼ਰ ਦਾ ਸਬਬ ਬਣ ਜਾਂਦਾ। ਹੂੰ ਕਿੱਲਾ ਦਮ ਕਰਾ ਕੇ ਬੱਦਾ ਕੋਈ ਉਹਨਾਂ ਨੂੰ ਇਸ ਨਾਲ ਵੀ ਸਬਬ ਲਾਇਆ। ਠੀਕ ਹੈ, ਨਜ਼ਰ ਤੇ ਬਰਾਕ ਹੈ। ਹਾਂ, ਤੇ ਜਿਹੜਾ ਬਾਵਸਕਾਤ ਗੱਲ ਵੱਡੀ ਹੋ ਜਾਂਦੀ ਹੈ, ਗੱਲ ਆਈ ਅੱਜ ਨਹੀਂ ਗੱਲ ਵੱਡੀ ਜਿਹਨੂੰ ਕਹਿੰਦੇ ਨੇ, ਦੰਦ ਜਿਹੜਾ ਥਣ ਦੇ ਉੱਤੇ ਜ਼ਖਮ ਹੋ ਜਾਂਦਾ ਉਹਦੀ ਮੁੰਡ ਤੇ, ਹਾਂ ਹਾਂ, ਉਹਦਾ ਵੀ ਕੋਈ ਇਲਾਜ ਕਰਦੇ ਹੋ? ਉਹਦਾ ਇੱਕ ਦਵਾ 600-700 ਦੀ, ਉਹ ਪੁੱਤਰ ਪਾਣੀ ਰੁਕ ਜਲ 600-700 ਦੀ ਨਾ ਸ਼ੀਸ਼ੀ ਆਉਂਦੀ ਹੈ, ਨੀਲੇ ਜਿਹੇ ਰੰਗ ਦੇ, ਜਿਵੇਂ ਤੁਹਾਡਾ ਸੂਟ ਹੈ ਠੀਕ ਹੈ। ਉਹਦਾ ਰੰਗ ਇਹ ਵੇ। ਉਹ ਲਾਈਏ ਜ਼ਖਮ ਤੇ ਮੱਖੀ ਨਾ ਪਵੇ, ਵਿੱਚ ਵੱਡਾ ਮੱਖ ਨਾ ਪਵੇ ਤਾਂ ਕੀੜੇ ਨਾ ਪੈਣ ਦੇ, ਅੱਛਾ, ਉਹ ਛੇਤੀ ਸਹੀ ਹੋ ਜਾਏ ਇਨਸ਼ਾਅੱਲਾ। ਤੇ ਜਿਹੜਾ ਅੱਜ ਕੱਲ ਮੱਖੀ ਤੇ ਮੱਛਰ ਬਹੁਤ ਜ਼ਿਆਦਾ, ਇਹਦਾ ਕੀ ਨੁਕਸਾਨ ਹੈ? ਇਹਦਾ ਨੁਕਸਾਨ ਇਹ ਵੇ ਕਿ ਇਹ ਨਾ ਰਾਤ ਨੂੰ ਡੰਗਰਾਂ ਨੂੰ ਖਾਦਾ ਪੀਤਾ ਲੱਗਦਾ ਹੈ, ਨਾ ਡੰਗਰਾਂ ਦੀ ਨੀਂਦਰ ਪੂਰੀ ਹੁੰਦੀ ਹੈ, ਉਹਦੇ ਨਾਲ ਵਿਚਾਰੇ ਜ਼ਲੀਲ ਹੋ ਜਾਂਦੇ ਨੇ। ਦੁੱਧ ਕਿਸ ਵੀ ਤਰ੍ਹਾਂ ਘੱਟ ਜਾਂਦਾ। ਕਿਸ ਤਰ੍ਹਾਂ ਬਚਾਈਏ ਫਿਰ ਇਹਨੂੰ? ਇਹਨਾਂ ਨੂੰ ਮੈਂ ਤੇ ਸਿੰਧ ਵੱਲ ਗਿਆ ਸਾਡੇ ਜ਼ਿਲ੍ਹੇ ਨਵਾਬਸ਼ਾਹ 'ਚ, ਹੂੰ ਉੱਥੇ ਉਹਨਾਂ ਲੋਕਾਂ ਨੇ ਮੱਛਰਦਾਨੀਆਂ ਡੰਗਰਾਂ ਦੇ ਦੁਆਲੇ ਲਾਈਆਂ, ਮੈਂ ਵੇਖੀਆਂ ਨੇ ਜ਼ਿਲ੍ਹੇ ਅੱਛਾ। ਨਵਾਬਸ਼ਾਹ 'ਚ। ਉੱਥੋਂ ਮੈਂ ਅੱਗੇ ਰਹਿਣਾ ਕੋਈ 10 ਦਿਨ, ਮੈਂ ਤੀਜੇ ਦਿਨ ਨੱਸਿਆ, ਮੈਂ ਕਿਹਾ ਵੀ ਮੇਰੇ ਤੋਂ ਇਹ ਮੱਛਰ ਹੀ ਸੁੱਤਾ ਨਹੀਂ ਜਾਂਦਾ। ਇੰਨਾ ਮੱਛਰ ਹੀ ਉੱਥੇ? ਇੰਨਾ ਯਕੀਨ ਕਰਕੇ ਮੈਨੂੰ ਐਡਾ ਅੱਲਾ ਨੂੰ ਜਾਣਦੇ ਨਹੀਂ, ਇਸ ਤਰ੍ਹਾਂ ਲੱਗਦੇ ਸਨ ਕੋਈ 10 ਘਰ, ਹੂੰ ਉਹਨਾਂ ਸਾਰਿਆਂ ਵਿਚਾਰੇ ਮੱਛਰਦਾਨੀਆਂ ਉੱਤੋਂ ਵੀ ਲਾਈਆਂ ਨੇ, ਦੁਆਲੇ ਵੀ ਲਾਈਆਂ, ਹੂੰ ਧੂੰ ਵੀ ਨਾਲ ਤਾਂ ਹੈ, ਹੂੰ ਇੰਨਾ ਮੱਛਰ ਹੈ। ਨਹੀਂ, ਸਿੰਧ ਵਾਲੀ ਸਾਈਡ ਤੇ ਤਾਂ ਉਂਝ ਬਹੁਤਾ ਮੱਛਰ ਹੈ ਆਹ ਸਾਡੇ ਨਿਸਬਤ। ਸਾਡੀ ਨਿਸਬਤ ਤੋਂ ਜਦੋਂ ਭੱਟੋ ਸਾਹਿਬ ਨੇ ਇੱਥੇ ਸਪਰੇਅ ਕਰਾਈ ਹੈ ਨਾ, ਹੂੰ ਉਦੋਂ ਮਾਲ ਤੇ ਚਲੋ ਲੋਕਾਂ ਦਾ ਜ਼ਿਮੀਂਦਾਰਾਂ ਦਾ ਬੜਾ ਮੋਇਆ ਹੈ, ਨੁਕਸਾਨ ਹੋਇਆ। ਹੂੰ ਉਂਝ ਕੀੜਾ ਮਕੌੜਾ, ਕੱਚੂ ਕੁੰਮੇ, ਸੱਪ, ਹੂੰ ਹਰ ਸ਼ੈ ਜਿਹੜੀ ਮਰ ਗਈ ਸੀ, ਠੀਕ ਉਹਦੇ ਹੋ। ਨਾਲ ਡੰਗਰਾਂ ਨੂੰ ਫਾਇਦਾ ਹੋਇਆ ਸੀ। ਤੇ ਚਲੋ ਹੁਣ ਅਗਰ ਬਚਾਉਣਾ ਹੋਏ ਮੱਖੀ ਤੋਂ ਜਾਂ ਮੱਛਰ ਤੋਂ ਤੇ ਫਿਰ ਕੀ ਕਰਦੇ ਹੋ? ਕੋਈ ਤੇਲ ਛਿਲ ਮਲਦੇ ਹੋ ਜਾਂ ਸਪਰੇਅ ਕਰਨਾ ਚਾਹੀਦਾ ਹੈ ਜਾਂ ਪੰਖੇ ਥੱਲੇ ਰੱਖੀਏ, ਕੀ ਕਰੀਏ? ਇਹ ਫਿਰ ਇਹ ਵੀ ਜੀ ਅੱਲਾ ਪਾਕ ਹੀ ਇਹਨੂੰ ਮਾਰੇ ਤੇ ਤਾਂ ਹੀ ਹੁਣ ਇਹਦੀਆਂ ਸਪਰੇਵਾਂ ਵੀ ਕਰੀਏ, ਕੋਈ ਡੰਗਰ ਦੁਆਲਿਓਂ ਸਪਰੇਅ ਖਾ ਲੈਂਦਾ ਹੈ, ਹੂੰ ਉਹ ਫਿਰ ਜ਼ਹਿਰ 'ਚ ਮਰ ਜਾਏਗਾ। ਅੱਛਾ, ਇਹ ਵੀ ਹੈ ਨਾ, ਫਿਰ ਇਹਦਾ ਕੋਈ ਹੱਲ ਨਹੀਂ? ਇਹਦਾ ਕੋਈ ਹੱਲ ਨਹੀਂ, ਇਹਦਾ ਜ਼ਾਤ ਪਾਕ ਕੋਲੇ ਹੈ। ਤੇ ਜਿਹੜੇ ਆਂਦੇ ਨੇ ਉਹ ਡੀਜ਼ਲ ਤੇ ਜਾਂ ਫਿਰ ਸਰੋਂ ਦਾ ਤੇਲ ਜਿਵੇਂ ਡੀਜ਼ਲ ਮਿਲਾ ਕੇ ਤਾਂ ਕਿ ਥੋੜੀ ਜਿਹੀ ਬਦਬੂ ਬਣ ਜਾਂਦੀ ਹੈ, ਉਹ ਜਿਸਮ ਤੇ ਮਲੀਏ? ਉਹ ਭਾਵੇਂ ਲੱਖ ਇਹਨਾਂ ਦੀਆਂ ਟਾਕੀਆਂ ਉੱਤੋਂ ਧੁੱਪ ਹੀ ਵੱਜੇ ਹੁਣ ਤੇ ਇਹਨਾਂ ਦੀਆਂ ਟਾਕੀਆਂ ਪਟੀ ਜਾਂਦੀਆਂ ਨੇ। ਮੈਂ ਟਰੈਕਟਰ ਤੱਤਾ ਲਿਆਂਦਾ ਹੈ, ਹੂੰ ਵੱਡਾ ਟਰੈਕਟਰ 385, ਹੂੰ ਤੇ ਗਾਈ ਮੇਰੀਆਂ ਚਿੱਚੜ ਪਾਇਆ ਸਨ, 5-6 ਬੈਠ ਗਈਆਂ ਹਨ ਮੇਰੇ ਕੋਲ, ਇਹਨਾਂ ਗਾਈ ਦੀਆਂ, ਹੂੰ ਉਹਨਾਂ ਦੇ ਉੱਤੇ ਪਿੰਡੇ ਤੇ ਮੈਂ ਮਾਰ ਦਿੱਤਾ। ਅੱਛਾ ਉਹ ਮੇਰੇ ਮੈਂ ਉਹਨਾਂ ਦੇ ਏਡੇ ਏਡੇ ਉੱਤੋਂ ਟਾਕ ਪੱਟੇ ਗਏ, ਅੱਛਾ। ਉਹ 1 ਸਾਲ ਤੋਂ ਬਾਅਦ ਜਾ ਕੇ ਤੇ ਸਹੀ ਹੁੰਦਾ। ਨਹੀਂ, ਉਂਝ ਅਗਰ ਬੰਦਾ ਡੀਜ਼ਲ ਮਾਰ ਲੇ ਤੇ ਉਹ ਨਹੀਂ ਠੀਕ? ਯਾਨੀ ਤੁਹਾਡੇ ਕੋਲ ਕੋਈ ਹੱਲ ਨਹੀਂ ਮੱਖੀ ਮੱਛਰ ਦਾ? ਨਾ ਨਾ, ਇਹਦਾ ਅੱਲਾ ਪਾਕ ਕੋਲ। ਇਹ ਮੌਸਮ ਜਦੋਂ ਲੰਘਣਾ ਤੇ ਫੇਰ ਨਾ ਸੌਖਿਆ ਹੋਣਾ? ਫੇਰ ਇਹਨਾਂ ਸੌਖਿਆ। ਹੁਣ ਇਹ ਮਾਲ ਬੜਾ ਗੁੱਟੇ ਆ। ਅੱਛਾ 6 ਕਿੱਲੇ ਮੇਰੇ ਕੋਲ ਸਟਾਲਾ ਸੀ, 2 ਕਿੱਲੇ ਕਮਾਦ ਸੀ, ਹੂੰ ਸੈਲਾ ਸੀ ਕੋਈ 7 ਕਿੱਲਿਆਂ ਦਾ, ਐਨਾ ਕਰਕੇ 15 ਕਿੱਲੇ ਮੈਂ ਭੋਏ ਰੁਣੀ ਸੀ, ਹੂੰ ਜਿਹਦੇ 'ਚ ਹੁਣੇ ਮਾਲ ਫੁੱਟ ਲੈਂਦਾ ਪਿਆ। 8 ਦਿਨ ਜਿਹੜੇ ਮੇਰੇ ਕੋਲ ਹੁਣ ਆ ਰਹੇ ਨੇ ਨਾ, ਉਹ ਮੈਨੂੰ ਬੜੇ ਮੌਤ ਪਈ ਦਿਸਦੀ। ਹੂੰ ਕਿਸ ਵਾਰ ਕਿ ਸੈਲਸ ਬਣੇ ਤੇ ਤਾਂ ਹੁਣੇ ਬਚਣ, ਏੜ ਤੂੜੀ ਉੱਤੇ ਸੈਲਸ, ਉਦੋਂ ਉੱਤੇ ਕਮਾਦ ਕੁਤਰ ਕੇ ਸੱਟਣਾ, ਤੇ ਉੱਤੇ ਵੰਡਾ? ਉੱਤੇ ਵੰਡਾ। ਠੀਕ ਹੋ ਗਿਆ। ਵੰਡਾ ਤੁਸੀਂ ਕਿਹਾ ਕਿ ਅਸੀਂ ਘਰ ਦੇ ਬਣਾਉਂਦੇ ਹਾਂ?